हाँ जी, सਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਅਸੀਂ ਪੜ੍ਹਾਂਗੇ ਬਿਜ਼ਨਸ ਲਾਅ ਬਾਰੇ। ਇਹ ਵੀਡੀਓ ਮੈਂ ਸ਼ੇਅਰ ਕਰ ਰਹੀ ਹਾਂ ਬੀਕਾਮ ਆਨਰਸ ਐਂਡ ਪੀਬੀਏ ਦੇ ਸਟੂਡੈਂਟਸ ਦੇ ਲਈ। ਬੀਕਾਮ ਐਂਡ ਬੀਕਾਮ ਆਨਰਸ ਹੈ ਜਿਹੜਾ ਫਸਟ ਈਅਰ, ਉਹਨਾਂ ਨੂੰ ਫਸਟ ਸਮੈਸਟਰ ਦੇ ਵਿੱਚ ਇਹ ਸਬਜੈਕਟ ਹੈ, ਐਂਡ ਬੀਬੀਏ ਨੂੰ ਸੈਕਿੰਡ ਈਅਰ ਦੇ ਥਰਡ ਸਮੈਸਟਰ ਦੇ ਵਿੱਚ ਜਿਹੜਾ ਹੈ ਇਹ ਸਬਜੈਕਟ ਕਵਰ ਹੋਵੇਗਾ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਿਜ਼ਨਸ ਲਾਅ। ਇਸ ਦੇ ਵਿੱਚ ਦੋ ਵਰਡਸ ਆਪਾਂ ਪੜ੍ਹ ਰਹੇ ਹਾਂ, ਬਿਜ਼ਨਸ ਐਂਡ ਲਾਅ। ਪਹਿਲਾਂ ਆਪਾਂ ਗੱਲ ਕਰਦੇ ਹਾਂ ਲਾਅ ਕੀ ਹੈ। ਲਾਅ ਜਦੋਂ ਵੀ ਕੋਈ ਆਪਾਂ ਨੇ ਕੰਮ ਕਰਨਾ ਤਾਂ ਉਸ ਦੇ ਵਿੱਚ ਕਈ ਵਾਰੀ ਕੀ ਹੈ ਕਿ ਆਪਾਂ ਨੂੰ ਕੁਛ ਲੀਗਲਿਟੀ ਚਾਹੀਦੀ ਹੈ, ਠੀਕ ਹੈ ਨਾ। ਜਿਵੇਂ ਜਿਹੜਾ ਹੈਗਾ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਤਾਂ ਉਸ ਦੇ ਲਈ ਆਪਾਂ ਨੂੰ ਕੁਛ ਸੇਫਟੀ ਸਿਕਿਉਰਿਟੀ ਚਾਹੀਦੀ ਹੈ ਕਿ ਹਾਂ ਇਹ ਕੰਮ ਕਿਸ ਤਰੀਕੇ ਨਾਲ ਕਰਨਾ ਹੈ, ਜਾਂ ਜੇ ਦੂਸਰਾ ਪਰਸਨ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਤਾਂ ਮੇਰੇ ਕੋਲ ਕੀ ਆਪਸ਼ਨਸ ਨੇ, ਕੋਈ ਰੂਲਸ ਨੇ, ਕੋਈ ਰੈਗੂਲੇਸ਼ਨਸ ਨੇ, ਠੀਕ ਹੈ। ਉਹ ਸਾਰਾ ਕੁਛ ਜਿਹੜਾ ਹੈ ਕਿਸੇ ਕੰਮ ਨੂੰ ਪ੍ਰੋਪਰ ਤਰੀਕੇ ਨਾਲ ਕੰਮ ਕਰਨ ਦੇ ਲਈ ਜੋ ਇੰਸਟਰਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਲਾਅ। ਐਂਡ ਸੈਕਿੰਡ ਟਰਮ ਇਜ਼ ਬਿਜ਼ਨਸ। ਜਦੋਂ ਇਹਨਾਂ ਦੋਨਾਂ ਨੂੰ ਆਪਾਂ ਕੰਬਾਈਨ ਕਰਦੇ ਹਾਂ ਬਿਜ਼ਨਸ ਲਾਅ, ਤਾਂ ਇੱਥੇ ਗੱਲ ਆ ਜਾਂਦੀ ਹੈ ਕਿ ਬਿਜ਼ਨਸ ਨੂੰ ਪ੍ਰੋਪਰਲੀ ਕਰਨ ਦੇ ਲਈ, ਪ੍ਰੋਪਰ ਕੰਡਕਟ ਕਰਨ ਦੇ ਲਈ ਜੋ ਵੀ ਉਸਦੀਆਂ ਟ੍ਰਾਂਜੈਕਸ਼ਨਸ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਕਰਨ ਦੇ ਲਈ ਜਿਹੜੇ ਰੂਲਸ ਰੈਗੂਲੇਸ਼ਨਸ ਨੇ ਉਹਨਾਂ ਨੂੰ ਆਪਾਂ ਕਵਰ ਕਰਾਂਗੇ ਬਿਜ਼ਨਸ ਲਾਅ ਦੇ ਅੰਡਰ, ਠੀਕ ਹੈ। ਤਾਂ ਇਸ ਦੇ ਵਿੱਚ ਜਦੋਂ ਤੁਸੀਂ ਆਪਣਾ ਸਿਲੇਬਸ ਦੇਖੋਗੇ ਤਾਂ ਕਾਫੀ ਸਾਰੇ ਐਕਟਸ ਨੇ, ਜਿਵੇਂ ਇੰਡੀਅਨ ਕੰਟਰੈਕਟ ਐਕਟ ਹੈ, ਸੇਲ ਆਫ ਗੁਡਸ ਐਕਟ ਹੈ, ਪੇਟੈਂਟ ਐਕਟ ਹੈ, ਜਿਹੜਾ ਹੈਗਾ ਲਿਮਟਡ ਲਾਇਬਿਲਿਟੀ ਪਾਰਟਨਰਸ਼ਿਪ ਐਕਟ ਹੈ, ਜਾਂ ਸੈਕਿੰਡ ਸਮੈਸਟਰ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਨੇ ਐਕਟਸ ਐਡ ਹੋਈ ਜਾਣਗੇ, ਜਿਵੇਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, ਬਿਜ਼ਨਸ ਜਿਹੜਾ ਹੈਗਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ, ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ, ਜਾਂ ਫੈਕਟਰੀਜ਼ ਐਕਟ ਆ ਜਾਂਦਾ ਹੈ, ਠੀਕ ਹੈ। ਤਾਂ ਕਈ ਸਾਰੇ ਇਸ ਦੇ ਵਿੱਚ ਐਕਟਸ ਆਪਾਂ ਕਵਰ ਕਰਾਂਗੇ, ਬਟ ਤੁਹਾਡੇ ਇਸ ਸਮੈਸਟਰ ਹੈ ਇਸ ਦੇ ਵਿੱਚ ਮੇਨਲੀ ਜਿਹੜੇ ਕਵਰ ਹੋਣਗੇ ਇੰਡੀਅਨ ਕੰਟਰੈਕਟ ਐਕਟ, ਸੇਲ ਆਫ ਗੁਡਸ ਐਕਟ, ਐਂਡ ਬੀਕਾਮ ਰੈਗੂਲਰ ਦੇ ਲਈ ਜਿਹੜਾ ਹੈਗਾ ਲਿਮਟਡ ਲਾਇਬਿਲਿਟੀ ਪਾਰਟਨਰਸ਼ਿਪ ਐਕਟ ਹੈ ਥਰਡ, ਔਰ ਆਨਰਸ ਦੇ ਲਈ ਜਿਹੜਾ ਹੈ ਪੇਟੈਂਟ ਐਕਟ ਕਵਰ ਹੋਏਗਾ। ਤਾਂ ਜੋ ਕਾਮਨ ਹੈ ਆਪਾਂ ਸਟਾਰਟ ਕਰਦੇ ਹਾਂ ਅੱਜ ਇੰਡੀਅਨ ਕੰਟਰੈਕਟ ਐਕਟ 1872। ਸਭ ਤੋਂ ਪਹਿਲਾਂ ਇੰਡੀਅਨ ਕੰਟਰੈਕਟ ਐਕਟ 1872, ਇਹ ਸਿਰਫ ਆਪਾਂ 4 ਵਰਡਸ ਬੋਲ ਰਹੇ ਹਾਂ। ਇਸ ਤੋਂ ਆਪਾਂ ਨੂੰ ਕੀ ਦੇਖ ਸਕਦੇ ਆਪਾਂ? ਪਹਿਲੀ ਗੱਲ ਤਾਂ ਇਹ ਇੱਕ ਐਕਟ ਹੈ, ਆਪਣੇ ਆਪ ਦੇ ਵਿੱਚ ਇੱਕ ਪ੍ਰੋਪਰ ਕੰਪਲੀਟ ਟਰਮ ਹੈ, ਠੀਕ ਹੈ। ਪ੍ਰੋਪਰ ਐਕਟ ਹੈ, ਪ੍ਰੋਪਰ ਲਾਅ ਹੈ। 1872 ਐਕਟ ਦੇ ਨਾਲ ਜੋ ਵੀ ਈਅਰ ਲਿਖਿਆ ਹੁੰਦਾ ਉਹ ਈਅਰ ਹੁੰਦਾ ਜਿਸ ਈਅਰ ਦੇ ਵਿੱਚ ਉਹ ਫੋਰਸ ਦੇ ਵਿੱਚ ਆਏ ਹੈ, ਠੀਕ ਹੈ। ਦੂਸਰਾ ਹੈ ਇੰਡੀਅਨ ਤੋਂ ਆਪਾਂ ਨੂੰ ਕਲੀਅਰ ਹੋ ਰਿਹਾ ਕਿ ਇਹ ਇੰਡੀਆ ਦੇ ਵਿੱਚ ਜਿਹੜਾ ਹੈ ਐਪਲੀਕੇਬਲ ਹੈ। ਕੰਟਰੈਕਟ ਐਕਟ ਜੋ ਆਪਾਂ ਇਸ ਦੇ ਵਿੱਚ ਟਰਮਸ ਕਵਰ ਕਰਾਂਗੇ ਇਸ ਤੋਂ ਕਲੀਅਰ ਹੋ ਜਾਣਾ। ਤਾਂ ਇੰਡੀਅਨ ਕੰਟਰੈਕਟ ਐਕਟ 1872 ਸਭ ਤੋਂ ਪਹਿਲਾਂ ਕਹਿੰਦੇ ਆ ਕਿ ਇਹ ਜਿਹੜਾ ਲਾਅ ਹੈ ਮੇਨਲੀ ਆਪਣੇ ਜਿਹੜੇ ਲਾਅਸ ਨੇ ਉਹ ਇੰਗਲਿਸ਼ ਲਾਅਸ ਤੋਂ ਡਿਵੈਲਪ ਹੋਏ ਨੇ, ਠੀਕ ਹੈ, ਕਿਉਂਕਿ ਬ੍ਰਿਟਿਸ਼ਰਸ ਨੇ ਆਪਣੇ ਕਾਫੀ ਜਿਹੜਾ ਹੈਗੇ ਇੰਡੀਆ ਦੇ ਵਿੱਚ ਕਾਫੀ ਲੰਬਾ ਸਮਾਂ ਰੂਲ ਕਰਕੇ ਗਏ ਨੇ। ਤਾਂ ਉਹਨਾਂ ਦੇ ਨਾਲ ਜਿਹੜਾ ਹੈਗੇ ਜੋ ਵੀ ਉਹਨਾਂ ਨੇ ਐਕਟਸ ਬਣਾਏ ਨੇ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਦੇ ਅਕੋਰਡਿੰਗਲੀ ਆਪਾਂ ਨੇ ਮੋਡੀਫਾਈ ਕੀਤਾ। ਤਾਂ ਉਹਨਾਂ ਦੇ ਇੰਗਲਿਸ਼ ਕਾਮਨ ਲਾਅ ਤੋਂ ਜਿਹੜਾ ਹੈ ਆਪਣੇ ਕੋਲੇ ਬਣ ਜਾਂਦਾ ਹੈਗਾ ਇੰਡੀਅਨ ਕੰਟਰੈਕਟ ਐਕਟ, ਠੀਕ ਹੈ। ਸੈਕਿੰਡ ਜਿਹੜਾ ਹੈ ਜੋ ਵੀ ਸਾਰੇ ਐਕਟਸ ਹੁੰਦੇ ਨੇ ਪੂਰੇ ਦੇ ਪੂਰੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਨੇ ਐਕਸਟੈਂਡੇਬਲ ਹੁੰਦੇ ਨੇ, ਐਪਲੀਕੇਬਲ ਹੁੰਦੇ ਨੇ, ਬਟ ਕੁਛ ਐਕਟਸ ਹੁੰਦੇ ਨੇ ਜਿਹੜੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਐਪਲੀਕੇਬਲ ਨਹੀਂ ਹੁੰਦੇ। ਤਾਂ ਇੰਡੀਅਨ ਕੰਟਰੈਕਟ ਐਕਟ ਵੀ ਜੰਮੂ ਐਂਡ ਕਸ਼ਮੀਰ ਸਟੇਟ ਨੂੰ ਛੱਡ ਕੇ ਬਾਕੀ ਦੇ ਸਾਰੇ ਜਿਹੜੇ ਹੈਗੇ ਇਹਨਾਂ ਦੇ ਵਿੱਚ ਪੂਰੇ ਦੇ ਪੂਰੇ ਇੰਡੀਆ ਦੇ ਵਿੱਚ ਐਪਲੀਕੇਬਲ ਹੈ। ਬਟ ਇਹ ਹੁਣ ਤੱਕ ਦੀਆਂ ਜਿਹੜੀਆਂ ਹੈਗੀਆਂ ਨੇ ਚੱਲੀਆਂ ਆ ਰਹੀਆਂ ਨੇ, ਬਟ ਹੁਣ ਜਿਵੇਂ ਜੰਮੂ ਐਂਡ ਕਸ਼ਮੀਰ ਹੈ ਉਹ ਆਪਣੀ ਇੱਕ ਜਿਹੜੀ ਹੈਗੀ ਹੈ ਟੈਰੀਟਰੀ ਬਣ ਗਈ ਹੈ, ਤਾਂ ਇਸ ਦੇ ਨਾਲ ਇਨ ਫਿਊਚਰ ਜਿਹੜਾ ਹੈ ਇਹ ਥੋੜ੍ਹਾ ਬਹੁਤ ਚੇਂਜ ਹੋ ਸਕਦਾ, ਬਟ ਫਿਲਹਾਲ ਆਪਾਂ ਇਸੇ ਤਰੀਕੇ ਨਾਲ ਪੜ੍ਹਾਂਗੇ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਐਪਲੀਕੇਬਲ ਨਹੀਂ ਹੈ। ਨੈਕਸਟ ਇਜ਼ ਜਿਹੜਾ ਹੈ ਇਹ 1 ਸੈਪਟੰਬਰ 1872 ਨੂੰ ਜਿਹੜਾ ਹੈ ਇੰਡੀਆ ਦੇ ਵਿੱਚ ਐਪਲੀਕੇਬਲ ਹੋਇਆ, ਫੋਰਸ ਦੇ ਵਿੱਚ ਆਇਆ, ਇੰਪਲੀਮੈਂਟ ਹੋਇਆ, ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਇਹ ਐਕਟ ਆਪਾਂ ਨੂੰ ਕੀ ਪ੍ਰੋਵਾਈਡ ਕਰਦਾ ਹੈ। ਇਸ ਐਕਟ ਦੇ ਵਿੱਚ ਜਨਰਲ ਪ੍ਰਿੰਸੀਪਲਸ ਪ੍ਰੋਵਾਈਡ ਕੀਤੇ ਜਾਂਦੇ ਨੇ ਕੰਟਰੈਕਟਸ ਦੇ ਰਿਲੇਟਡ। ਕੋਈ ਵੀ ਕੰਟਰੈਕਟ ਕਰਨਾ ਆਪਾਂ ਤਾਂ ਉਹਦੇ ਲਈ ਜਨਰਲ ਪ੍ਰਿੰਸੀਪਲਸ ਜੋ ਵੀ ਹੋਣਗੇ ਉਹ ਪ੍ਰੋਵਾਈਡ ਕੀਤੇ ਜਾਂਦੇ ਆ। ਬਟ ਇਸ ਦੇ ਵਿੱਚ ਜਿਹੜੀਆਂ ਕੰਟਰੈਕਟ ਦੇ ਵਿੱਚ ਅਲੱਗ-ਅਲੱਗ ਪਾਰਟੀਜ਼ ਨੇ ਉਹਨਾਂ ਦੇ ਕੀ ਰਾਈਟਸ ਨੇ, ਕੀ ਡਿਊਟੀਜ਼ ਨੇ, ਉਹ ਆਪਾਂ ਨੂੰ ਬਿਲਕੁਲ ਸੇਮ ਟੂ ਸੇਮ
ਐਕਟ ਦੇ ਵਿੱਚ ਪ੍ਰੋਵਾਈਡ ਨਹੀਂ ਕੀਤਾ ਜਾਂਦਾ, ਬਟ ਆਪਾਂ ਨੂੰ ਪ੍ਰੋਵੀਜ਼ਨਸ ਪ੍ਰੋਵਾਈਡ ਕੀਤੀਆਂ ਗਈਆਂ ਨੇ ਕਿ ਕਿਵੇਂ ਉਹਨਾਂ ਦੇ ਆਪਾਂ ਰਾਈਟਸ ਜਾਂ ਡਿਊਟੀਜ਼ ਫਾਈਨਲ ਕਰ ਸਕਦੇ ਹਾਂ। ਬਟ ਐਕਚੁਅਲੀ ਉਹਨਾਂ ਨੂੰ ਰਾਈਟਸ ਐਂਡ ਡਿਊਟੀਜ਼ ਨੂੰ ਡਿਸਾਈਡ ਕੌਣ ਕਰੂਗਾ? ਪਾਰਟੀਜ਼ ਦੈਮਸੈਲਫ। ਪਾਰਟੀਜ਼ ਖੁਦ ਆਪਣੇ ਰਾਈਟਸ ਐਂਡ ਡਿਊਟੀਜ਼ ਫਿਕਸ ਕਰਨਗੇ ਕਿ ਕੀ ਇੱਕ ਪਾਰਟੀ ਦੇ ਰਾਈਟਸ ਹੋਣਗੇ, ਕੀ ਉਸ ਦੀਆਂ ਡਿਊਟੀਜ਼ ਹੋਣਗੀਆਂ ਇੱਕ ਕੰਟਰੈਕਟ ਦੇ ਅੰਡਰ। ਠੀਕ ਹੈ, ਤਾਂ ਇਹ ਬੇਸਿਕਸ ਹੋ ਗਏ ਜਿਹੜਾ ਹੈ ਇੰਡੀਅਨ ਕੰਟਰੈਕਟ ਐਕਟ ਦੀ ਜੋ ਇੰਟਰੋਡਕਸ਼ਨ ਹੈ। ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਸਕੀਮ ਆਫ ਦਾ ਐਕਟ। ਇਹ ਜਿਹੜਾ ਐਕਟ ਹੈ ਇਸ ਨੂੰ ਆਪਾਂ ਦੋ ਮੇਨ ਗਰੁੱਪਸ ਦੇ ਵਿੱਚ ਸਟੱਡੀ ਕਰ ਸਕਦੇ ਹਾਂ। ਵਨ ਇਜ਼ ਜਨਰਲ ਪ੍ਰਿੰਸੀਪਲਸ ਆਫ ਲਾਅ ਆਫ ਕੰਟਰੈਕਟ, ਲਾਅ ਆਫ ਕੰਟਰੈਕਟ ਆ ਗਿਆ। ਠੀਕ ਹੈ, ਦੂਸਰਾ ਜਿਹੜਾ ਹੈ ਸਪੈਸੀਫਿਕ ਕਾਈਂਡਸ ਆਫ ਕੰਟਰੈਕਟਸ। ਇਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੰਟਰੈਕਟਸ ਕਵਰ ਹੋਣਗੇ, ਜਿਵੇਂ ਇੰਡੈਮਨਿਟੀ ਐਂਡ ਗਰੰਟੀ, ਬੇਲਮੈਂਟ ਐਂਡ ਪਲੈਜ ਐਂਡ ਏਜੰਸੀ। ਇੱਕੋ ਇੱਕ ਐਕਟ ਆਪਣਾ ਇੰਡੀਅਨ ਕੰਟਰੈਕਟ ਐਕਟ, ਬਟ ਉਸ ਦੇ ਵਿੱਚ ਫਰਦਰ ਅਲੱਗ ਤਰ੍ਹਾਂ ਦੀਆਂ ਟਾਈਪਸ ਨੇ ਜਿਹੜੀਆਂ ਉਹਨਾਂ ਨੂੰ ਆਪਾਂ ਕਵਰ ਕਰਦੇ ਹਾਂ। ਤਾਂ ਇਸ ਦੇ ਵਿੱਚ ਜਨਰਲ ਪ੍ਰਿੰਸੀਪਲਸ ਆ ਜਾਂਦੇ ਨੇ ਐਂਡ ਉਸ ਤੋਂ ਬਾਅਦ ਜਿਹੜਾ ਹੈ ਸਪੈਸੀਫਿਕ ਕਾਈਂਡਸ ਆ ਜਾਂਦੀਆਂ। ਤਾਂ ਪਹਿਲਾਂ ਆਪਾਂ ਜਨਰਲ ਪ੍ਰਿੰਸੀਪਲਸ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਜਿਹੜੇ ਕੰਟਰੈਕਟਸ ਦੀਆਂ ਅਲੱਗ-ਅਲੱਗ ਟਾਈਪਸ ਨੇ ਉਹਨਾਂ ਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਚੈਪਟਰ ਵਾਈਜ਼ ਚੈਪਟਰ। ਤਾਂ ਨੈਕਸਟ ਜਿਹੜਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕੰਟਰੈਕਟ ਦੀ। ਕੰਟਰੈਕਟ ਹੁੰਦਾ ਕੀ ਹੈ? ਠੀਕ ਹੈ, ਕੰਟਰੈਕਟ ਕੀ ਹੁੰਦਾ ਉਸ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ, ਇੱਕ ਟਰਮ ਹੈ ਆਪਣੇ ਕੋਲੇ ਐਗਰੀਮੈਂਟ। ਐਗਰੀਮੈਂਟ ਦੋ ਪਾਰਟੀਜ਼ ਨੇ। ਠੀਕ ਹੈ, ਇੱਕ ਨੇ ਕਿਹਾ ਕਿ ਮੈਂ ਜਿਹੜਾ ਹੈਗਾ ਤੁਹਾਡਾ ਘਰ ਪਰਚੇਜ਼ ਕਰਨਾ ਚਾਹੁੰਦਾ, ਦੂਸਰਾ ਕਹਿੰਦਾ ਹਾਂਜੀ ਮੈਂ ਸੇਲ ਕਰ ਰਿਹਾ ਹੈਗਾ, ਤੁਸੀਂ ਪਰਚੇਜ਼ ਕਰ ਸਕਦੇ ਹੋ। ਠੀਕ ਹੈ, ਤਾਂ ਇੱਕ ਆਪਣੇ ਘਰ ਦੇ ਜਿਹੜੇ ਹੈਗੇ ਆ ਪੇਪਰਸ ਪੋਜੈਸ਼ਨ ਦੂਸਰੀ ਪਾਰਟੀ ਨੂੰ ਦੇ ਦੂਗਾ ਔਰ ਜੋ ਪਰਚੇਜ਼ ਕਰ ਰਿਹਾ ਉਹ ਪੈਸੇ ਜੋ ਵੀ ਹੋਣਗੇ ਮਨੀ ਹੋਊਗੀ ਉਹ ਪੇ ਕਰ ਦੂਗਾ। ਠੀਕ ਹੈ, ਇੱਕ ਕਹਿੰਦਾ ਹੈਗਾ ਕਿ ਜਿਹੜਾ ਹੈਗਾ ਕਿਸੇ ਕੰਪਨੀ ਨੇ ਜੋਬ ਕੱਢੀ ਹੈ, ਜੋਬਸ ਵੈਕੈਂਸੀਜ਼ ਕੱਢੀਆਂ ਨੇ, ਦੂਸਰਾ ਉਸ ਦੇ ਲਈ ਅਪਲਾਈ ਕਰਦਾ, ਕੰਪਨੀ ਸਿਲੈਕਟ ਕਰਦੀ ਹੈ, ਇਹ ਇੱਕ ਤਰ੍ਹਾਂ ਦਾ ਐਗਰੀਮੈਂਟ ਹੋ ਸਕਦਾ। ਠੀਕ ਹੈ ਨਾ, ਕੋਈ ਹੋਰ ਚੀਜ਼ ਪਰਚੇਜ਼ ਕਰਨੀ ਹੈ, ਕਿਸੇ ਨੇ ਕਾਰ ਪਰਚੇਜ਼ ਕਰਨੀ ਹੈ ਕਿਸੇ ਦੂਸਰੇ ਪਰਸਨ ਦੀ। ਠੀਕ ਹੈ, ਤਾਂ ਆਪਾਂ ਕੀ ਕਹਿੰਦੇ ਹਾਂ ਕਿ ਜਿਹੜਾ ਹੈਗਾ ਕੋਈ ਵੀ ਇੱਕ ਪਰਸਨ ਦੂਸਰੇ ਪਰਸਨ ਦੇ ਨਾਲ ਜਿਹੜਾ ਹੈ ਆਫਰ ਕਿਸੇ ਚੀਜ਼ ਦਾ ਆਫਰ ਕਰਦਾ ਤਾਂ ਉਸ ਨੂੰ ਆਪਾਂ ਐਗਰੀਮੈਂਟ ਦੇ ਵਿੱਚ ਕਵਰ ਕਰਾਂਗੇ। ਜਿਵੇਂ ਇੱਥੇ ਆਪਾਂ ਪੜ੍ਹਦੇ ਹਾਂ an agreement consists of an offer by one party and its acceptance by other। ਇੱਕ ਪਾਰਟੀ ਐਗਰੀਮੈਂਟ ਦੇ ਵਿੱਚ ਦੋ ਪਾਰਟੀਜ਼ ਹੋਣਗੀਆਂ, ਇੱਕ ਆਫਰ ਕਰੂਗਾ ਦੂਸਰਾ ਉਸ ਨੂੰ ਐਕਸੈਪਟ ਕਰੂਗਾ। ਠੀਕ ਹੈ, ਮੈਂ ਕਿਹਾ ਕਿ ਮੈਂ ਆਪਣਾ ਜਿਹੜਾ ਹੈਗਾ ਲੈਪਟਾਪ ਵੇਚਣਾ ਚਾਹੁੰਦੀ ਹਾਂ, ਸੇਲ ਕਰਨਾ ਚਾਹੁੰਦੀ ਹਾਂ। ਠੀਕ ਹੈ, ਤਾਂ ਦੂਸਰੀ ਪਾਰਟੀ ਜਿਹਨੂੰ ਮੈਂ ਆਫਰ ਕੀਤਾ ਉਹ ਇਸ ਚੀਜ਼ ਨੂੰ ਐਕਸੈਪਟ ਕਰੂਗਾ ਤਾਂ ਉਹ ਕੀ ਬਣ ਜਾਊਗਾ? ਐਗਰੀਮੈਂਟ। ਠੀਕ ਹੈ, ਇਸ ਨੂੰ ਅਦਰ ਵਰਡਸ ਦੇ ਵਿੱਚ ਆਪਾਂ ਪੜ੍ਹ ਸਕਦੇ ਹਾਂ an agreement comes into existence only when one party makes a proposal to other party and that other party gives acceptance। ਐਗਰੀਮੈਂਟ ਸਿਰਫ ਉਦੋਂ ਹੁੰਦਾ ਜਦੋਂ ਇੱਕ ਪਾਰਟੀ ਦੂਸਰੀ ਪਾਰਟੀ ਨੂੰ ਆਫਰ ਕਰਦੀ ਹੈ, ਕੋਈ ਨਾ ਕੋਈ ਆਫਰ ਕਰਦੀ ਹੈ, ਕੋਈ ਨਾ ਕੋਈ ਪ੍ਰਪੋਜ਼ਲ ਦਿੰਦੀ ਹੈ। ਠੀਕ ਹੈ, ਮੈਂ ਤੁਹਾਡਾ ਲੈਪਟਾਪ ਜਿਹੜਾ ਹੈ ਪਰਚੇਜ਼ ਕਰਨਾ ਚਾਹੁੰਦਾ ਜਾਂ ਮੈਂ ਇਹ ਚੀਜ਼ ਸੇਲ ਕਰਨਾ ਚਾਹੁੰਦਾ ਜਾਂ ਮੈਂ ਤੁਹਾਨੂੰ ਆਪਣੀ ਜਿਹੜਾ ਹੈਗਾ ਕੰਪਨੀ ਦੇ ਵਿੱਚ ਜੋਬ 'ਤੇ ਰੱਖਣਾ ਚਾਹੁੰਦਾ ਹੈਗਾ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਫਰ ਹੋ ਸਕਦਾ। ਮੈਂ ਪੈਨ ਪਰਚੇਜ਼ ਕਰਨਾ, ਮੈਂ ਬੱਸ 'ਤੇ ਟਰੈਵਲ ਕਰਨਾ ਹੈਗਾ, ਇਹ ਸਾਰੇ ਕੰਟਰੈਕਟਸ ਨੇ, ਇਹਨਾਂ ਨੂੰ ਅੱਗੇ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਇੱਕ ਪਾਰਟੀ ਨੇ ਆਫਰ ਕੀਤਾ ਐਂਡ ਦੂਸਰੀ ਪਾਰਟੀ ਜਿਹੜੀ ਉਸ ਨੂੰ ਐਕਸੈਪਟੈਂਸ ਦੇਊਗੀ ਉਸੇ ਟਾਈਮ 'ਤੇ ਆਪਾਂ ਜਿਹੜਾ ਹੈਗਾ ਇਸ ਨੂੰ ਐਗਰੀਮੈਂਟ ਕਹਿ ਸਕਦੇ ਹਾਂ। ਸਿਰਫ ਆਪਾਂ ਨੇ ਆਫਰ ਕੀਤਾ, ਦੂਸਰੀ ਪਾਰਟੀ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ ਤਾਂ ਉਹ ਐਗਰੀਮੈਂਟ ਨਹੀਂ ਹੋਊਗਾ। ਤਾਂ ਇੱਕ ਇਕੁਏਸ਼ਨ ਦੇ ਫਾਰਮ ਦੇ ਵਿੱਚ ਪੜ੍ਹਦੇ ਹਾਂ ਐਗਰੀਮੈਂਟ ਇਜ਼ ਇਕੁਅਲ ਟੂ ਪ੍ਰਪੋਜ਼ਲ ਔਰ ਆਫਰ ਵੀ ਬੋਲ ਸਕਦੇ, ਪ੍ਰਪੋਜ਼ਲ ਵੀ ਬੋਲ ਸਕਦੇ, ਪਲੱਸ ਐਕਸੈਪਟੈਂਸ ਆਫ ਦਾ ਪ੍ਰਪੋਜ਼ਲ। ਇੱਕ ਪਾਰਟੀ ਨੇ ਆਫਰ ਕੀਤਾ, ਦੂਸਰੀ ਪਾਰਟੀ ਨੇ ਜਿਹਨੂੰ ਆਫਰ ਕੀਤਾ ਗਿਆ ਉਸ ਪਾਰਟੀ ਨੇ ਉਸ ਨੂੰ ਐਕਸੈਪਟ ਕੀਤਾ ਤਾਂ ਉਹ ਕੀ ਬਣ ਜਾਏਗਾ? ਐਗਰੀਮੈਂਟ। ਠੀਕ ਹੈ, ਆਪਾਂ ਨੋਰਮਲ ਲਾਈਫ ਦੇ ਵਿੱਚ ਬਹੁਤ ਸਾਰੇ ਐਗਰੀਮੈਂਟਸ ਦੇਖਦੇ ਰਹਿੰਦੇ ਹਾਂ। ਈਵਨ ਆਪਾਂ ਸ਼ੌਪ 'ਤੇ ਗਏ, ਤੁਸੀਂ ਸ਼ੌਪ 'ਤੇ ਗਏ ਇੱਕ ਪੈਨ ਪਰਚੇਜ਼ ਕਰਨਾ ਹੈਗਾ। ਠੀਕ ਹੈ, ਤਾਂ ਉਹ ਪੈਨ ਪਰਚੇਜ਼ ਕਰਨ ਦੇ ਲਈ ਵੀ ਤੁਸੀਂ ਜਿਹੜਾ ਹੈ ਆਫਰ ਕਰਦੇ ਹੋਗੇ। ਠੀਕ ਹੈ, ਔਰ ਜੋ ਸ਼ੌਪਕੀਪਰ ਹੈ ਉਹ ਤੁਹਾਨੂੰ ਜਿਹੜਾ ਹੈਗਾ ਪੈਨ ਦੇ ਰਿਹਾ ਹੈਗਾ, ਸੇਲ ਕਰ ਰਿਹਾ, ਤਾਂ ਉਸ ਦੀ ਐਕਸੈਪਟੈਂਸ ਹੋ ਜਾਂਦੀ ਹੈ। ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਜਿਹੜੇ ਹੈਗੇ ਨੇ ਐਗਰੀਮੈਂਟਸ ਆਪਾਂ ਨੋਰਮਲ ਰੂਟੀਨ ਲਾਈਫ ਦੇ ਵਿੱਚ ਦੇਖਦੇ ਹਾਂ। ਇੱਕ ਪੈਨ ਲੈਣ ਗਏ, ਇੱਕ ਕੋਈ ਵੱਡਾ ਪਲਾਟ, ਕੋਈ ਵੱਡੀ ਬਿਲਡਿੰਗ ਪਰਚੇਜ਼ ਕਰਨ ਗਏ, ਸਭ ਐਗਰੀਮੈਂਟਸ ਨੇ। ਠੀਕ ਹੈ, ਤਾਂ ਐਗਰੀਮੈਂਟ ਇਜ਼ ਪ੍ਰਪੋਜ਼ਲ ਪਲੱਸ ਐਕਸੈਪਟੈਂਸ ਟੂ ਪ੍ਰਪੋਜ਼ਲ। ਜਦੋਂ ਵੀ ਕੋਈ ਇੱਕ ਪਾਰਟੀ ਆਫਰ ਕਰੂਗੀ ਔਰ ਦੂਸਰੀ ਪਾਰਟੀ ਜਿਸ ਨੂੰ ਆਫਰ ਕੀਤਾ ਗਿਆ ਉਸ ਨੂੰ ਐਕਸੈਪਟ ਕਰੂਗੀ ਤਾਂ ਉਹ ਬਣ ਜਾਏਗਾ ਐਗਰੀਮੈਂਟ। ਹੁਣ ਗੱਲ ਕਰਦੇ ਹਾਂ ਜਿਹੜਾ ਹੈ ਇੰਡੀਅਨ ਕੰਟਰੈਕਟ ਐਕਟ ਦੇ ਵਿੱਚ ਡੈਫੀਨੇਸ਼ਨ ਜੋ ਆਪਾਂ ਨੂੰ ਦਿੱਤੀ ਹੋਈ ਹੈ। ਸੈਕਸ਼ਨ 2
सबसैक्शन ई ਦੇ ਵਿੱਚ ਐਗਰੀਮੈਂਟ ਨੂੰ ਡਿਫਾਈਨ ਕੀਤਾ ਜਾਂਦਾ ਹੈਗਾ every promise and every set of promises forming the consideration for each other is an agreement ਕੀ ਕਹਿੰਦੇ ਨੇ ਕਿ ਇੱਕ ਪ੍ਰੋਮਿਸ ਕੀਤਾ ਹੈ ਜਾਂ ਸੈਟ ਆਫ ਪ੍ਰੋਮਿਸਸ मतलब आप एक सिंगल प्रॉमिस भी कर रहे हैं कर सकते हैं ठीक है कि मैं ये वाला पेन खरीदना है ਜਾਂ फिर आप सैट ऑफ ਪ੍ਰੋਮਿਸਸ भी कर सकते हैं कि पेन चाहिए एक नोटबुक चाहिए है ये वाली बुक्स चाहिए ने सैट ऑफ ਪ੍ਰੋਮਿਸਸ ठीक है जिन्हों ਦੇ ਵਿੱਚ कोई ना कोई कंसीडरेशन होवे उसनों आप एग्रीमेंट कहांगे एक कंसीडरेशन है जिहड़ी आप आगे डिस्कस करते हैं तो की कहते हैं कि जदों भी कोई प्रॉमिस किया ਜਾਂ सैट ऑफ ਪ੍ਰੋਮਿਸਸ किया और दूसरी पार्टी उसने एक्सैप्ट करती है तो वह बन जाता है एग्रीमेंट सैक्शन 2 सबसैक्शन ई जिहड़ा है आपां नूं याद रखना पैना है नैक्सट इज मीनिंग एंड डेफिनेशन ऑफ कंट्रैक्ट ਹੁਣ ਆਪਾਂ मूव करते हैं कंट्रैक्ट ते ਆਪਾਂ ने एग्रीमेंट की गल की एक परसन ने ऑफर किया दूसरे परसन ने उस ऑफर में एक्सैप्ट किया वो बन गया एग्रीमेंट हुण उसे एग्रीमेंट दे विच जे अपनी लीगल ऑबलीगेशन आ जाती है लीगल ऑबलीगेशन आ जाती है तो वह बन जाता है कंट्रैक्ट लीगल ऑबलीगेशन का की मतलब है कि जदों भी आप कोई कंट्रैक्ट करते हैं तो उस दे विच जिवें आप कोई चीज़ परचेज करनी है या सेल करनी है तो उत्थे आप एक पार्टी अपनी गुड्स जिहड़ियां है सेल करूगी उन्हां दी पोजेशन दूसरी पार्टी नूं देऊगी और दूसरी पार्टी उसदे जो भी मॉनिटरी कंसीडरेशन है जां कोई होर बेनीफिट्स है वो प्रोवाइड करूगी ठीक है तो हुण जे आप कहने हैं कि मैं किसी परसन तो कोई कार परचेज की मैं कार उसनों देती है बट उसने मैनू पैसे नहीं दिते तो उत्थे की है मैं चुप करके तो नहीं बैठूंगी ठीक है मेरे कोल कोई ना कोई ऑप्शन होनी चाहिए कि मैं कोर्ट दे विच जावां उसनूं स्यू करां जां किवें भी कोई ना कोई मैथड मेरे कोल होगा कि मैं उस तो अपना जिहड़ा पैसा है वो वसूल सकदी हां ठीक है तो ये हो जाता है लीगल ऑबलीगेशन हुण जे दूसरी एग्जांपल दिंदे हां कि तुहाडे किसी फ्रेंड ने तुहानूं जां फ्रेंड ने रिश्तेदार ने तुहानूं खाने ते बुलाया रात नूं ठीक है तुसीं कहा ठीक है जी मैं कल तुसीं इनवाइट कर रहे हो मैं तुहाडे नाल डिनर करांगा ठीक है तुसीं कल रात हुई शाम हुई तुसीं उसदे घर गए उसदे घर जाके देखिया लॉक लग्या होएगा तो तुसीं उसनूं जिहड़ा है स्यू नहीं कर सकते कि जी इहने मैनूं जिहड़ा है खाने ते बुलाया सीगा बट मैं इहदे घर गया तो ये आप घरे नहीं सीगा तो वो तुसीं कोर्ट दे विच जाके इस तरह नाल नहीं कह सकते तो लीगल ऑबलीगेशन का मतलब की है कि आपां नूं जिहड़ा है उत्थे अपने कोले लीगल ऑप्शन होनी चाहिए है कि जे कॉन्ट्रैक्ट नूं फुलफिल नहीं किया जाता ऑफर नूं एक्सैप्ट करके उस तो बाद परफॉर्म नहीं किया जाता तो अपने कोले कोई ऑप्शन नहीं है तो कॉन्ट्रैक्ट दे विच की कहंदे ने कि कोई भी एग्रीमेंट जिहदे विच लीगल ऑबलीगेशन होवे उसनूं आपां कॉन्ट्रैक्ट कहांगे इस दे विच दो एलीमेंट्स आ जांदे एक तां एग्रीमेंट ठीक है दूसरा है लीगल ऑबलीगेशन हुण लीगल ऑबलीगेशन नूं आपां एनफोर्सेबिलिटी बाय लॉ भी कह सकते हैं इसका मतलब की है कि जे दूसरी पार्टी अपनी अपने कॉन्ट्रैक्ट दे विच जो भी ड्यूटी है उसनूं परफॉर्म नहीं करती तो आपां लॉ दे कोले जा सकते हैं कोर्ट कोले जा सकते हैं कि जी ये कॉन्ट्रैक्ट होया सी ये परफॉर्म नहीं कर रहा तो उत्थे आपां अपना लीगल ऑप्शन है जिहड़ी वो यूज़ कर सकते हैं तो कॉन्ट्रैक्ट की होया एन एग्रीमेंट प्लस एनफोर्सेबिलिटी एट लॉ ठीक है जां फिर कॉन्ट्रैक्ट नूं आपां बोल सकते हैं प्रपोजल प्लस जिहड़ा इत्थे आपां लास्ट कीता सी प्रपोजल प्लस एक्सैप्टेंस ऑफ प्रपोजल ठीक है ऑफर हो गया उसकी एक्सैप्टेंस होगी प्लस एनफोर्सेबिलिटी बाय लॉ ठीक है तो ये हो गया अपना कॉन्ट्रैक्ट हाँ जी तो इस दे विच आपां कहने हैं कॉन्ट्रैक्ट इज़ एन एग्रीमेंट दैट इज़ एनफोर्सेबल बाय लॉ ठीक है तो ये हो गया कंट्रैक्ट कोई भी एग्रीमेंट हुण इसनूं आपां पूरा एक बारी दोबारा कवर करिए जदों भी एक परसन दूसरे परसन नूं कोई चीज़ ऑफर करता है ठीक है दूसरा परसन उस चीज़ नूं एक्सैप्ट कर लैंदा है ते ये बन जाता है एग्रीमेंट तो ये एग्रीमेंट जदों एनफोर्सेबल होगा उस दे विच लीगल इंटेंशन होगी तो उसनूं आपां कहांगे कॉन्ट्रैक्ट ठीक है
ਤਾਂ ਨੈਕਸਟ ਜਿਹੜਾ ਹੈ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਡੈਫੀਨੇਸ਼ਨ ਐਜ਼ ਪਰ ਇੰਡੀਅਨ ਕੰਟਰੈਕਟ ਐਕਟ ਸੈਕਸ਼ਨ 2 subsection H an agreement enforceable by law is a contract. It is very simple. Agreement ਜਿਹੜਾ enforceable ਹੋਊਗਾ by law that is a contract. Already ਮੈਂ ਗੱਲ ਕਰ ਚੁੱਕੀ ਹਾਂ ਕਿ enforceable ਕੀ ਕਿਹੜਾ ਐਗਰੀਮੈਂਟ ਹੋਊਗਾ ਜਿੱਥੇ ਆਪਾਂ ਲਾਅ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਕਹਿ ਸਕਦੇ ਹਾਂ ਕਿ ਹਾਂਜੀ ਅਸੀਂ ਇਹ ਕੰਟਰੈਕਟ ਕੀਤਾ ਸੀ, ਇਹ ਐਗਰੀਮੈਂਟ ਹੋਇਆ ਸੀ, ਬਟ ਦੂਸਰੀ ਪਾਰਟੀ ਪਰਫੋਰਮ ਨਹੀਂ ਕਰ ਰਹੀ। ਠੀਕ ਹੈ, ਤਾਂ ਨੈਕਸਟ ਵਨ ਇਜ਼ ਜਿਹੜਾ ਹੈ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਹੁਣ ਕੰਟਰੈਕਟ ਹੈ। ਕੰਟਰੈਕਟ ਆਪਾਂ ਕੋਈ ਵੀ ਕਰ ਸਕਦੇ ਹਾਂ, ਬਟ ਆਪਾਂ ਨੇ ਉਸ ਦੀ ਵੈਲਿਡਿਟੀ ਦੇਖਣੀ ਹੈ ਕਿ ਕੀ ਉਹ ਕੰਟਰੈਕਟ ਵੈਲਿਡ ਹੈ ਜਾਂ ਨਹੀਂ। ਠੀਕ ਹੈ, ਤਾਂ ਉਹ ਜਿਹੜੀ ਵੈਲਿਡਿਟੀ ਹੈ ਉਹ ਚੈੱਕ ਕਰਨੀ ਜ਼ਰੂਰੀ ਹੈ। ਤਾਂ ਵੈਲਿਡ ਕੰਟਰੈਕਟ ਦੇ ਲਈ ਜਿਹੜੇ ਆਪਣੇ ਕੁਝ ਐਸੈਂਸ਼ੀਅਲ ਐਲੀਮੈਂਟਸ ਨੇ ਉਹਨਾਂ ਨੂੰ ਆਪਾਂ ਪੜ੍ਹਦੇ ਹਾਂ। ਫਸਟ ਇਜ਼ ਆਫਰ ਐਂਡ ਐਕਸੈਪਟੈਂਸ। ਇਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਡਿਸਕਸ ਕਰੀਏ, ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਜਿਹੜੇ ਇਕੱਲੇ ਐਸੈਂਸ਼ੀਅਲ ਐਲੀਮੈਂਟਸ ਨੇ ਇਹਨਾਂ ਨੂੰ ਆਪਾਂ ਪੂਰਾ ਡਿਟੇਲ ਦੇ ਵਿੱਚ ਫਰਦਰ ਚੈਪਟਰ ਵਾਈਜ਼ ਡਿਸਕਸ ਕਰਾਂਗੇ। ਤਾਂ ਇੱਥੇ ਬਿਲਕੁਲ ਸਿੰਪਲ ਇੱਕ ਬਰੀਫ ਲਾਈਨ ਦੇ ਵਿੱਚ ਆਪਾਂ ਕਵਰ ਕਰ ਰਹੇ ਹਾਂ। ਆਫਰ ਐਂਡ ਐਕਸੈਪਟੈਂਸ, ਆਪਾਂ ਨੇ ਗੱਲ ਕੀਤੀ ਕਿ ਇੱਕ ਪਰਸਨ ਆਫਰ ਕਰ ਰਿਹਾ ਕਿ ਮੈਂ ਆਪਣਾ ਹਾਊਸ ਸੇਲ ਕਰਨਾ ਹੈ, ਦੂਸਰਾ ਉਸ ਨੂੰ ਐਕਸੈਪਟ ਕਰ ਰਿਹਾ ਕਿ ਠੀਕ ਹੈ ਮੈਂ ਤੁਹਾਡਾ ਹਾਊਸ ਪਰਚੇਜ਼ ਕਰਾਂਗਾ। ਤਾਂ ਆਫਰ ਐਂਡ ਐਕਸੈਪਟੈਂਸ ਦੋਨੋਂ ਲawful ਹੋਣੇ ਚਾਹੀਦੇ, lawful ਆਫਰ ਐਂਡ lawful ਐਕਸੈਪਟੈਂਸ। ਜੇ ਇੱਕ ਪਰਸਨ ਕਹੇ ਕਿ ਜੀ ਮੈਂ ਡਰੱਗਸ ਤੁਹਾਨੂੰ ਸਪਲਾਈ ਕਰ ਦੂੰਗਾ, ਤੁਸੀਂ ਡਰੱਗਸ ਮੇਰੇ ਤੋਂ ਪਰਚੇਜ਼ ਕਰ ਲਓ, ਉੱਥੇ ਆਫਰ ਹੈ ਜਿਹੜਾ ਉਹ lawful ਨਹੀਂ ਹੋਊਗਾ। ਠੀਕ ਹੈ, ਤਾਂ ਇਸ ਤਰ੍ਹਾਂ ਨਾਲ ਆਫਰ ਐਂਡ ਐਕਸੈਪਟੈਂਸ ਦੋਨੋਂ lawful ਹੋਣੇ ਚਾਹੀਦੇ ਨੇ, ਤਾਂ ਹੀ ਆਪਣਾ ਕੰਟਰੈਕਟ ਹੈ ਜਿਹੜਾ ਉਹ ਵੈਲਿਡ ਹੋਵੇਗਾ। ਸੈਕੰਡ ਇਜ਼ ਇੰਟੈਂਸ਼ਨ ਟੂ ਕ੍ਰੀਏਟ ਲੀਗਲ ਰਿਲੇਸ਼ਨਸ਼ਿਪ। ਲੀਗਲ ਰਿਲੇਸ਼ਨਸ਼ਿਪ ਆਲਰੇਡੀ ਆਪਾਂ ਗੱਲ ਕੀਤੀ ਹੈ ਜਿਹੜੀ ਐਨਫੋਰਸੇਬਿਲਿਟੀ ਦੀ। ਠੀਕ ਹੈ, ਐਨਫੋਰਸੇਬਿਲਿਟੀ ਬਾਏ ਲਾਅ। ਤਾਂ ਉਸ ਦੇ ਵਿੱਚ ਕੀ ਕਹਿੰਦੇ ਆ ਕਿ ਜਦੋਂ ਵੀ ਕੋਈ ਆਪਾਂ ਕੰਟਰੈਕਟ ਕਰ ਰਹੇ ਹਾਂ ਤਾਂ ਜਿਹੜੀਆਂ ਵੀ ਪਾਰਟੀਜ਼ ਨੇ ਉਸ ਦੇ ਵਿੱਚ ਦੋ ਪਾਰਟੀਜ਼ ਜਾਂ ਦੋ ਤੋਂ ਜ਼ਿਆਦਾ ਵੀ ਹੋ ਸਕਦੀਆਂ ਨੇ। ਇੱਥੇ ਆਪਾਂ ਦੋ ਦੀ ਗੱਲ ਕਰਦੇ ਹਾਂ, ਅੱਗੇ ਜਿਹੜੇ ਸਪੈਸੀਫਿਕ ਕੰਟਰੈਕਟਸ ਕਰਾਂਗੇ ਉਹਨਾਂ ਦੇ ਵਿੱਚ ਦੋ ਤੋਂ ਜ਼ਿਆਦਾ ਪਾਰਟੀਜ਼ ਵੀ ਹੋ ਸਕਦੀਆਂ ਨੇ, ਉਹ ਆਪਾਂ ਉੱਥੇ ਅੱਗੇ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਤਾਂ ਜੋ ਵੀ ਪਾਰਟੀਜ਼ ਨੇ ਕੰਟਰੈਕਟ ਦੀਆਂ ਉਹ ਕੀ ਕਰਨਗੀਆਂ ਕਿ ਉਹਨਾਂ ਦਾ ਜਿਹੜਾ ਕੰਟਰੈਕਟ ਕਰਨ ਦੇ ਪਿੱਛੇ ਕੋਈ ਨਾ ਕੋਈ ਲੀਗਲ ਓਬਲੀਗੇਸ਼ਨ ਹੋਣੀ ਚਾਹੀਦੀ ਹੈ। ਠੀਕ ਹੈ, ਇੱਥੇ ਆਪਾਂ ਕਹਿ ਸਕਦੇ ਹਾਂ ਕਿ ਦੋ ਤਰ੍ਹਾਂ ਦੇ ਐਗਰੀਮੈਂਟਸ ਹੁੰਦੇ ਨੇ, ਇੱਕ ਤਾਂ ਹੈ ਜਿਹੜਾ ਸੋਸ਼ਲ ਐਗਰੀਮੈਂਟਸ, ਦੂਸਰਾ ਆ ਜਾਂਦਾ ਲੀਗਲ ਐਗਰੀਮੈਂਟਸ। ਸੋਸ਼ਲ ਐਗਰੀਮੈਂਟਸ ਜਿਵੇਂ ਆਪਾਂ ਨੇ ਆਲਰੇਡੀ ਗੱਲ ਕੀਤੀ ਕਿ ਤੁਹਾਡੇ ਦੋਸਤ ਨੇ, ਤੁਹਾਡੇ ਰਿਸ਼ਤੇਦਾਰ ਨੇ ਤੁਹਾਨੂੰ ਰਾਤ ਦੇ ਖਾਣੇ 'ਤੇ ਬੁਲਾਇਆ, ਤੁਸੀਂ ਗਏ ਬਟ ਉਹ ਉਸ ਟਾਈਮ 'ਤੇ ਘਰ ਨਹੀਂ ਹੈ, ਅਵੇਲੇਬਲ ਨਹੀਂ ਹੈ, ਤੁਹਾਨੂੰ ਵਾਪਸ ਆਉਣਾ ਪਿਆ। ਠੀਕ ਹੈ, ਤਾਂ ਉਸ ਤਰ੍ਹਾਂ ਦੇ ਜਿਹੜੇ ਐਗਰੀਮੈਂਟਸ ਨੇ ਉਹ ਹੋ ਗਏ ਸੋਸ਼ਲ ਐਗਰੀਮੈਂਟਸ। ਇਹਨਾਂ ਦੇ ਵਿੱਚ ਕੋਈ ਵੀ ਲੀਗਲ ਰਿਲੇਸ਼ਨਸ਼ਿਪਸ ਨਹੀਂ ਕ੍ਰੀਏਟ ਹੁੰਦੇ, ਤਾਂ ਇਹਨਾਂ ਨੂੰ ਆਪਾਂ ਕੰਟਰੈਕਟ ਨਹੀਂ ਕਹਿ ਸਕਦੇ। ਠੀਕ ਹੈ, ਇਸੇ ਤਰ੍ਹਾਂ ਨਾਲ ਇੱਕ ਇਸ ਦੇ ਵਿੱਚ ਕੇਸ ਹੈ ਵਾਲਫੋਰ ਵਰਸਸ ਵਾਲਫੋਰ। ਇੱਕ ਕਪਲ ਹੈ ਹਸਬੈਂਡ ਐਂਡ ਵਾਈਫ। ਠੀਕ ਹੈ, ਤਾਂ ਜੋ ਵਾਈਫ ਹੈ ਉਹ ਜਿਹੜੀ ਹੈਗੀ ਹੈ ਬਿਮਾਰ ਰਹਿੰਦੀ ਹੈ ਔਰ ਉਸਦਾ ਹਸਬੈਂਡ ਹੈ ਜਿਹੜਾ ਉਸ ਨੂੰ ਆਪਣੀ ਜੌਬ ਦੇ ਕਾਰਨ ਕਿਤੇ ਦੂਰ ਜਗ੍ਹਾ 'ਤੇ ਜਾਣਾ ਪੈਂਦਾ। ਤਾਂ ਉਹ ਕੀ ਕਰਦਾ ਕਿ ਆਪਣੀ ਵਾਈਫ ਨੂੰ ਪ੍ਰੋਮਿਸ ਕਰਕੇ ਜਾਂਦਾ ਕਿ ਮੈਂ ਹਰ ਮੰਥ ਤੈਨੂੰ ਇੰਨੇ ਜਿਹੜਾ ਹੈਗਾ ਮਨੀ ਭੇਜਦਾ ਰਹਾਂਗਾ ਤਾਂ ਕਿ ਤੂੰ ਆਪਣਾ ਜਿਹੜਾ ਹੈਗਾ ਲੁੱਕ ਆਫਟਰ ਕਰ ਸਕੇ। ਤਾਂ ਹਸਬੈਂਡ ਚਲਾ ਜਾਂਦਾ ਹੈਗਾ। ਠੀਕ ਹੈ, ਤਾਂ 2-4 ਮਹੀਨੇ ਉਹ ਮਨੀ ਸੈਂਡ ਕਰਦਾ ਹੈਗਾ, ਉਸ ਤੋਂ ਬਾਅਦ ਉਹ ਪੈਸੇ ਭੇਜਣੇ ਬੰਦ ਕਰ ਦਿੰਦਾ ਹੈਗਾ। ਤਾਂ ਜਿਹੜੀ ਵਾਈਫ ਹੈ ਉਹ ਕੋਰਟ ਦੇ ਵਿੱਚ ਸਿਊ ਕਰਦੀ ਹੈ ਕਿ ਮੇਰੇ ਹਸਬੈਂਡ ਨੇ ਮੇਰੇ ਨਾਲ ਇਸ ਤਰ੍ਹਾਂ ਨਾਲ ਪ੍ਰੋਮਿਸ ਕੀਤਾ ਸੀ ਬਟ ਉਸਨੇ 2-3 ਮਹੀਨੇ ਪੈਸੇ ਭੇਜੇ ਨੇ, ਉਸ ਤੋਂ ਬਾਅਦ ਜਿਹੜਾ ਹੈਗਾ ਮੈਨੂੰ ਮਨੀ ਭੇਜਣੀ ਬੰਦ ਕਰਤੀ ਹੈ, ਤਾਂ ਮੈਂ ਜਿਹੜਾ ਹੈਗਾ ਉਸ ਤੋਂ ਕਲੇਮ ਕਰਨਾ ਚਾਹੁੰਦੀ ਹੈਗੀ। ਠੀਕ ਹੈ, ਤਾਂ ਉੱਥੇ ਕੋਰਟ ਕੀ ਹੈਲਡ ਕਰਦੀ ਹੈ ਕਿ ਇਹ ਜਿਹੜਾ ਹੈਗਾ ਇੱਕ ਸੋਸ਼ਲ ਐਗਰੀਮੈਂਟ ਹੈਗਾ, ਲਵ ਅਫੈਕਸ਼ਨ ਦਾ ਜਿਹੜਾ ਹੈਗਾ ਕੰਸੈਪਟ ਹੈ ਇਸ ਦੇ ਵਿੱਚ ਕੋਈ ਲੀਗਲ ਇੰਟੈਂਸ਼ਨ ਨਹੀਂ ਹੈ, ਲੀਗਲ ਰਿਲੇਸ਼ਨਸ਼ਿਪ ਕ੍ਰੀਏਟ ਨਹੀਂ ਕੀਤਾ ਗਿਆ, ਤਾਂ ਉਸ ਨੂੰ ਆਪਾਂ ਜਿਹੜਾ ਹੈਗਾ ਸਿਊ ਨਹੀਂ ਕਰ ਸਕਦੇ ਔਰ ਵਾਈਫ ਆਪਣੇ ਹਸਬੈਂਡ ਤੋਂ ਕੁਝ ਵੀ ਰਿਕਵਰ ਨਹੀਂ ਕਰ ਸਕਦੀ। ਠੀਕ ਹੈ, ਥਰਡ ਵਨ ਇਜ਼ lawful ਕੰਸੀਡੇਸ਼ਨ। ਹੁਣ ਕੰਸੀਡੇਸ਼ਨ ਕੀ ਹੁੰਦੀ ਹੈ, ਪਹਿਲਾਂ ਤਾਂ ਆਪਾਂ ਇਹ ਡਿਸਕਸ ਕਰਦੇ ਹਾਂ। ਕੰਸੀਡੇਸ਼ਨ ਜਦੋਂ ਵੀ ਆਪਾਂ ਕੋਈ ਚੀਜ਼ ਜਿਹੜਾ ਜਿਵੇਂ ਇੱਕ ਪਰਸਨ ਕੁਛ ਦੇ ਰਿਹਾ ਤਾਂ ਦੂਸਰਾ ਪਰਸਨ ਉਸਨੂੰ ਕੁਛ ਵਾਪਸ ਰਿਟਰਨ ਕਰ ਰਿਹਾ। ਠੀਕ ਹੈ, ਸਮਥਿੰਗ ਇਨ ਰਿਟਰਨ। ਜੇ ਆਪਾਂ ਸ਼ੌਪਕੀਪਰ ਕੋਲ ਗਏ, ਉਸ ਤੋਂ ਆਪਾਂ ਨੇ ਪੈਨ ਲੈਤਾ ਤਾਂ ਪੈਨ ਦੇ ਬਦਲੇ ਆਪਾਂ ਉਹਨੂੰ ਪੈਸੇ ਦੇ ਰਹੇ ਹਾਂ। ਠੀਕ ਹੈ, ਕਿਸੇ ਨੇ ਲੈਪਟਾਪ ਸੇਲ ਕੀਤਾ, ਲੈਪਟਾਪ ਦੇ ਬਦਲੇ ਪੈਸੇ ਲੈ ਰਹੇ ਹੈਗੇ। ਹਾਊਸ ਸੇਲ ਕੀਤਾ, ਹਾਊਸ ਦੇ ਬਦਲੇ ਪੈਸੇ ਦੇ ਰਹੇ ਹਾਂ। ਜੇ ਪੈਸੇ ਨਹੀਂ ਦੇ ਰਹੇ ਤਾਂ ਮੈਂ ਤੁਹਾਡਾ ਇਹ ਕੰਮ ਕਰ ਰਿਹਾ, ਤੁਸੀਂ ਮੇਰਾ ਇਹ ਕੰਮ ਕਰ ਦਿਓ। ਠੀਕ ਹੈ, ਕੁਛ ਵੀ ਜੋ ਵੀ ਰਿਟਰਨ ਦੇ ਵਿੱਚ ਮਿਲਦਾ
दैट इज़ कंसीडरेशन। तो जदों भी आप एक कॉन्ट्रैक्ट की गल करते हैं तो उसके विच कंसीडरेशन होनी जरूरी है, मतलब कि दोनों पार्टीज़ नूं कुछ ना कुछ मिलना जरूरी है। जे उसदे विच कंसीडरेशन नहीं है तो कॉन्ट्रैक्ट लॉफुल नहीं हो सकता, वैलिड नहीं हो सकता। ठीक है। नैक्सट इज़ कैपेसिटी ऑफ पार्टीज़। जो भी पार्टीज़ ने कॉन्ट्रैक्ट दे विच वो कंपीटेंट होनियां चाहिए ने कॉन्ट्रैक्ट करन दे लई। कंपीटेंट का मतलब की है कि कोर्ट जिहड़ी है वो कहती है कि ये परसनस कॉन्ट्रैक्ट कर सकते हैं, ये परसनस कॉन्ट्रैक्ट नहीं कर सकते। तो इस दे विच आपां गल करते हैं तीन ਜਿਹੜੀਆਂ है कैटेगरीज ਦੇ ਵਿੱਚ ਇਸ ਨੂੰ डिस्कस करांगे। मेजोरिटी इज़ 18 ईयर्स ਦੀ एज तो ਉੱਪਰ ਦੇ ਜਿਹੜੇ ਪਰਸਨਸ ਨੇ ਉਹ ਕੰਟਰੈਕਟ ਕਰ ਸਕਦੇ ਨੇ, ਵੈਲਿਡ ਕੰਟਰੈਕਟ ਹੋਊਗਾ। ਪਰਸਨਸ ਆਫ ਸਾਊਂਡ ਮਾਈਂਡ ਜਿਵੇਂ ਹੋਸ਼ੋ ਹਵਾਸ ਦੇ ਵਿੱਚ ਹੈ, ਦਿਮਾਗ ਉਹਨਾਂ ਦਾ ਪ੍ਰੋਪਰਲੀ ਕੰਮ ਕਰ ਰਿਹਾ। ਜਿਵੇਂ ਬੁੱਢੇ ਲੋਕ ਹੁੰਦੇ ਨੇ, ਬਜ਼ੁਰਗ, ਉਹਨਾਂ ਦਾ ਦਿਮਾਗ ਪ੍ਰੋਪਰਲੀ ਕੰਮ ਨਹੀਂ ਕਰਦਾ, ਜਾਂ ਕੋਈ ਪਰਸਨ ਨਸ਼ੇ 'ਚ ਹੈ, ਕੋਈ ਡਰੰਕ ਪਰਸਨ ਹੈ, ਉਸ ਟਾਈਮ 'ਤੇ ਉਹਨਾਂ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਹੁੰਦਾ, ਤਾਂ ਉਹ ਜਿਹੜਾ ਹੈਗਾ ਉਸ ਟਾਈਮ 'ਤੇ ਕੰਟਰੈਕਟ ਨਹੀਂ ਕਰ ਸਕਦੇ। ਜੇ ਉਹ ਉਸ ਟਾਈਮ 'ਤੇ ਕੰਟਰੈਕਟ ਕਰਦੇ ਵੀ ਹੈ ਤਾਂ ਉਹ ਕੰਟਰੈਕਟ ਵੈਲਿਡ ਨਹੀਂ ਹੋਊਗਾ। ਤੀਸਰਾ ਹੈ ਡਿਸਕੁਆਲੀਫਾਈਡ ਬਾਏ ਲੋ। ਕੋਈ ਵੀ ਜਿਹੜਾ ਹੈਗਾ ਪਰਸਨ ਡਿਸਕੁਆਲੀਫਾਈ ਕੀਤਾ ਗਿਆ, ਜਿਵੇਂ ਕਿਸੇ ਪਰਸਨ ਨੂੰ ਇੰਪ੍ਰਿਜ਼ਨਮੈਂਟ ਹੋਈ ਹੈਗੀ ਤਾਂ ਉਹ ਕੰਟਰੈਕਟ ਨਹੀਂ ਕਰ ਸਕਦਾ। ਠੀਕ ਹੈ। ਤਾਂ ਕੈਪੈਸਿਟੀ ਆਫ ਪਾਰਟੀਜ਼ ਜ਼ਰੂਰੀ ਹੈ ਕਿ ਕਿਹੜੀ ਪਾਰਟੀ ਦੇ ਨਾਲ ਆਪਾਂ ਕੰਟਰੈਕਟ ਕਰ ਰਹੇ ਹਾਂ। ਅੱਜ ਮੈਂ ਕਿਸੇ ਪਾਰਟੀ ਦੇ ਨਾਲ ਕੰਟਰੈਕਟ ਕਰ ਲਿਆ, ਠੀਕ ਹੈ, ਕਿ ਮੈਂ ਤੁਹਾਡਾ ਹਾਊਸ ਪਰਚੇਜ਼ ਕਰਨੀ ਹੈ, ਬਟ ਉਹ ਜਿਹੜਾ ਹੈਗਾ ਮਾਈਨਰ ਹੈ ਪਰਸਨ, ਉਸ ਦੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਮੈਂ ਉਸਨੂੰ ਆਪਣੇ ਪ੍ਰੋਪਰਟੀ ਦੇ ਪੇਪਰਸ ਦਿੱਤੇ ਨੇ, ਬਟ ਉਹਨੇ ਮੈਨੂੰ ਪੈਸੇ ਨਹੀਂ ਦਿੱਤੇ, ਤਾਂ ਮੈਂ ਉਹਨੂੰ ਉੱਥੇ ਸਿਊ ਨਹੀਂ ਕਰ ਸਕਾਂਗੀ। फिफ्थ इज़ फ्री कंसेंट। फ्री कंसेंट बहुत इंपॉर्टेंट ਜਿਹੜਾ इट्स द एलीमेंट है। कंसेंट का मतलब की होंदा है कि ਜਿਹੜੀਆਂ दोनों पार्टीज़ ने ਉਹ जो भी एग्रीमेंट कर रही ने उस दे विच ਉਹ सेम थिंग ते सेम सेंस दे विच ਜਿਹੜਾ है एग्री कर रही ने। ठीक है। ਜਾਂ मतलब जिमें सैकेंड इस दे विच पॉइंट आ जाता है कि वो फ्री ने, कोई भी उसनों फोर्स नहीं कर रहा कि तू ये कंट्रैक्ट करनी है, तू ये एग्रीमेंट करनी है। तो सेम थिंग इन सेम सेंस का मतलब की है कि एक परसन है, वो कोल मान लो 3 कारां ने, ठीक है, वो अपनी अल्टो कार सेल करना चाहता है। दूसरा परसन सोच रहा है कि अल्टो नहीं सेल कर रहा, इनोवा सेल कर रहा है। ठीक है। तो उत्थे जिहड़ा कंसेंट है वो फ्री नहीं होगा, क्योंकि सेम थिंग सेम सेंस दे विच आपां नहीं सोच रहे। जे हाँ दोनों दे विच क्लैरिटी है कि मेरे को 3 कारां जरूर हैगी बट मैं अल्टो सेल कर रहा और दूसरे परसन नूं भी क्लीयर है कि वो अल्टो सेल कर रहा, तो फ्री कंसेंट होगा। दूसरी गल है कंसेंट इज़ नॉट इनफ फॉर मेकिंग अ कंट्रैक्ट दैट टू मस्ट बी फ्री। फ्री भी होना जरूरी है। हुण एक परसन अल्टो सेल कर रहा, दूसरा परचेज कर रहा, बट दूसरा परचेज नहीं करना चाहता, उसनूं फोर्स किया जा रहा कि हाँ तैनूं परचेज करना ही पैना। जिवें आपां पुरानियां मूवीज़ दे विच देखदे सीगे, विलेजर्स हुंदे सीगे, वो अपनी जिहड़े जमीन है वेचना नहीं चाहते, बट जिहड़े विलेन्स हुंदे ने वो की करदे सीगे, धक्के नाल उन्हां तों प्रॉपर्टी सेल करवा लैंदे सीगे। ठीक है। तो उत्थे कंसेंट फ्री नहीं हुंदा, वो वैलिड कंट्रैक्ट नहीं होगा। कंसेंट है जिहड़ा फ्री ना होने के कई कारण हो सकते हैं। कोर्सियन, अनड्यू इन्फ्लुएंस, फ्रॉड, मिसरिप्रजेंटेशन, मिस्टेक। इन्हां नूं फर्दर डिटेल दे विच आपां डिस्कस करांगे। लॉफुल ऑब्जेक्ट, जो भी ऑब्जेक्ट है अपना कॉन्ट्रैक्ट का, जिमें जिस चीज़ से आप एग्री कर रहे हैं, मैं मकान सेल कर रहे हैं, लैपटॉप सेल कर रहे हैं, ठीक है, पेन परचेज करना है, इस तरह का जो भी अपनी प्रॉपर्टी है, जो भी पर्सन है जिससे आप एग्री कर रहे हैं, दैट इज़ ऑब्जेक्ट। तो ऑब्जेक्ट लॉफुल होना चाहिए, फ्रॉड नहीं होना चाहिए, इलीगल नहीं होना चाहिए, इमोरल नहीं होना चाहिए, या किसी भी होर पर्सन को इंजरी ना पहुँचाता हो। ठीक है। फ्रॉड कोई धक्का, ठीक है, चोरी की चीज़ है, किसी ने कोई कार चोरी कर ली और उसनों वो सेल कर रहे, तो वह ऑब्जेक्ट लॉफुल नहीं होगा। इलीगल ड्रग्स जिहड़ा है आप सेल कर रहे हैं, ठीक है, या वैपन सेल कर रहे हैं, वो इलीगल हो जाता है। इमोरल जो जिवें आप कहने हैं कि मैरिज के लिए जिहड़ा है 18 साल की उम्र लड़के के लिए तो 21 साल की उम्र लड़की के लिए होनी जरूरी है। जो उस तो छोटे बच्चे की आप मैरिज करते तो वो इमोरल हो गया। किसी नूं जिहड़ा है इंजरी किसी परसन की, किसी परसन नूं इंजरी पहुँचाना या प्रॉपर्टी नूं इंजरी पहुँचाना, वो भी लॉफुल ऑब्जेक्ट नहीं होगा। जिवें अपना कॉन्ट्रैक्ट होवे कि हाँ जी तू उसनूं जिहड़ा है उस परसन नूं मार दे, मैं तैनूं बदले च इन्ने पैसे दूंगा, लॉफुल ऑब्जेक्ट नहीं है। राइटिंग एंड रजिस्ट्रेशन, जिहड़े कॉन्ट्रैक्ट्स ने
ਉਹ ਓਰਲ ਵੀ ਹੋ ਸਕਦੇ, ਰਿਟਨ ਵੀ ਹੋ ਸਕਦੇ, ਆਪਣੀ ਮਰਜ਼ੀ ਆਪਾਂ ਕੰਟਰੈਕਟ ਕਿਵੇਂ ਕਰਨਾ ਚਾਹੁੰਦੇ ਹਾਂ, ਠੀਕ ਹੈ। ਬਟ ਉਸ ਦੇ ਵਿੱਚ ਜਿਹੜਾ ਹੈ ਕੁਛ ਕੁ ਸਪੈਸ਼ਲ ਕੇਸਿਸ ਹੁੰਦੇ ਨੇ ਜਿੱਥੇ ਆਪਾਂ ਨੂੰ ਜ਼ਰੂਰੀ ਹੋ ਜਾਂਦਾ ਹੈ ਕਿ ਐਗਰੀਮੈਂਟ ਹੈ ਜਿਹੜਾ ਉਹ ਰਾਈਟਿੰਗ ਦੇ ਵਿੱਚ ਹੋਵੇ ਜਾਂ ਰਜਿਸਟਰਡ ਹੋਵੇ ਤਾਂ ਕਿ ਉਸਨੂੰ ਆਪਾਂ ਵੈਲਿਡ ਕੰਟਰੈਕਟ ਬਣਾ ਸਕੀਏ। ਸਰਟੇਨਟੀ, ਕੋਈ ਵੀ ਐਗਰੀਮੈਂਟ ਹੈ ਜੋ ਐਨਫੋਰਸੇਬਲ ਆਪਾਂ ਨੇ ਕਰਨਾ ਤਾਂ ਉਸਦਾ ਮੀਨਿੰਗ ਸਰਟੇਨ ਹੋਣਾ ਚਾਹੀਦਾ, ਠੀਕ ਹੈ। ਕਿਸ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ, ਜਿਵੇਂ ਇਸ ਦੇ ਵਿੱਚ ਬੜੀ ਅੱਛੀ ਐਗਜ਼ਾਮਪਲ ਹੈ, ਇੱਕ ਪਰਸਨ ਹੈ ਉਹ ਆਪਣਾ ਮਕਾਨ ਹੈ ਜਿਹੜਾ ਰੈਂਟ 'ਤੇ ਦੇ ਰਿਹਾ ਹੈਗਾ, ਠੀਕ ਹੈ। ਤਾਂ ਉਹਨੇ ਕਿਹਾ ਕਿ ਮੇਰਾ ਜਿਹੜਾ ਮਕਾਨ ਹੈ ਜੀ ਉਹ ਮਾਡਰਨ ਜਿਹੜਾ ਹੈਗਾ ਟਰੈਂਡ ਦੇ ਨਾਲ ਬਣਿਆ ਹੋਇਆ ਹੈਗਾ। ਹੁਣ ਮਾਡਰਨ ਟਰੈਂਡ ਕੀ ਹੈ, ਕੁਛ ਕਲੈਰਿਟੀ ਨਹੀਂ ਹੋ ਸਕਦੀ। ਜਿਵੇਂ ਮੋਬਾਈਲ ਫੋਨਸ ਦੀ ਗੱਲ ਕਰੀਏ ਤਾਂ ਤੁਸੀਂ ਸਾਡੇ ਨਾਲੋਂ ਬਹੁਤ ਜ਼ਿਆਦਾ ਐਡਵਾਂਸਡ ਹੋ, ਠੀਕ ਹੈ। ਸਾਨੂੰ ਅੱਜ ਜਿਹੜਾ ਹੈਗਾ ਪੁਰਾਣੇ ਮਾਡਲ ਦਾ ਪਤਾ ਹੋਊਗਾ, ਤੁਹਾਨੂੰ ਲੇਟੈਸਟ ਦਾ ਪਤਾ ਹੋਊਗਾ, ਤਾਂ ਇਸ ਤਰ੍ਹਾਂ ਨਾਲ ਤੁਹਾਡੇ ਲਈ ਉਹ ਮਾਡਰਨ ਹੈ, ਸਾਡੇ ਲਈ ਪੁਰਾਣਾ ਵੀ ਮਾਡਰਨ ਹੈ। ਤਾਂ ਇਸ ਤਰ੍ਹਾਂ ਨਾਲ ਮੀਨਿੰਗ ਉਸਦਾ ਅਨਸਰਟੇਨ ਹੋ ਜਾਂਦਾ ਹੈ। ਜਦੋਂ ਤੱਕ ਮੀਨਿੰਗ ਅਨਸਰਟੇਨ ਹੈ ਉਦੋਂ ਤੱਕ ਕੰਟਰੈਕਟ ਵੈਲਿਡ ਨਹੀਂ ਹੋ ਸਕਦਾ। ਤਾਂ ਸਰਟੇਨਟੀ ਹੈ ਜਿਹੜੀ ਮੀਨਿੰਗ ਦੀ ਸਰਟੇਨਟੀ ਹੈ ਉਹ ਫਾਈਨਲ ਹੋਣੀ ਜ਼ਰੂਰੀ ਹੈ, ਠੀਕ ਹੈ। ਜਾਂ ਜਿਵੇਂ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਕਾਰ ਵੇਚਣਾ ਚਾਹੁੰਦੇ, ਕਿਹੜੀ ਕਾਰ ਵੇਚਣੀ ਹੈ, ਠੀਕ ਹੈ। ਇਸ ਤਰ੍ਹਾਂ ਨਾਲ ਕਿਹੜਾ ਮਕਾਨ ਵੇਚਣਾ ਹੈਗਾ, ਇਸ ਤਰ੍ਹਾਂ ਨਾਲ ਸਰਟੇਨਟੀ ਹੋਣੀ ਜ਼ਰੂਰੀ ਹੈਗੀ। Next one is possibility of performance. The terms of the agreement must also be capable of performance, physically as well as legally. ਕੋਈ ਵੀ ਕੰਟਰੈਕਟ ਕਰ ਰਹੇ ਹਾਂ ਉਸ ਦੇ ਵਿੱਚ ਜੋ ਪਰਫੋਰਮੈਂਸ ਬਣਦੀ ਹੈ ਆਪਣੀ ਉਹ ਪੋਸੀਬਲ ਹੋਣੀ ਚਾਹੀਦੀ ਹੈ। ਜਿਵੇਂ ਇੱਕ ਪਰਸਨ ਕਹੇ ਕਿ ਜੇ ਮੈਂ ਇਸ ਮਰੇ ਹੋਏ ਬੰਦੇ ਨੂੰ ਜਿਉਂਦਾ ਕਰ ਦੂੰਗਾ, ਤੁਸੀਂ ਮੈਨੂੰ 10 ਲੱਖ ਰੁਪਇਆ ਦੇ ਦਿਓ, ਠੀਕ ਹੈ। ਤਾਂ ਉਹ ਫਿਜ਼ੀਕਲੀ ਜਿਹੜਾ ਹੈਗਾ ਪਰਫੋਰਮੈਂਸ ਪੋਸੀਬਲ ਨਹੀਂ ਹੈ, ਠੀਕ ਹੈ। ਜਾਂ ਆਪਾਂ ਕਹੀਏ ਕਿ ਕੋਈ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵਾਰ ਛਿੜਿਆ ਹੋਇਆ ਔਰ ਉਹਨਾਂ ਦੇ ਜਿਹੜੇ ਕੋਈ ਪਰਸਨਸ ਨੇ ਦੋਨੋਂ ਕੰਟਰੀਜ਼ ਦੇ ਵਿੱਚ ਆਪਸ ਦੇ ਵਿੱਚ ਕੋਈ ਕੰਟਰੈਕਟ ਕਰ ਲੈਣ ਤਾਂ ਉਹ ਕੰਟਰੈਕਟ ਨੂੰ ਪਰਫੋਰਮ ਕਰ ਹੀ ਨਹੀਂ ਸਕਦੇ, ਕਿਉਂਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਬਾਈਕਾਟ ਹੋ ਜਾਂਦਾ, ਕੋਈ ਜਿਹੜੇ ਕੰਟਰੀਜ਼ ਦੇ ਪੀਪਲ ਨੇ ਉਹ ਦੂਸਰੀ ਕੰਟਰੀ ਨਾਲ ਕੰਟਰੈਕਟ ਨਹੀਂ ਕਰ ਸਕਦੇ, ਤਾਂ ਲੀਗਲੀ ਜਿਹੜਾ ਹੈਗਾ ਉਹ ਪਰਫੋਰਮ ਨਹੀਂ ਕਰ ਸਕਣਗੇ। ਜਾਂ ਆਪਾਂ ਕਹੀਏ ਕਿ ਕੋਈ ਪ੍ਰੋਡਕਟ ਅੱਜ ਤੱਕ ਚੱਲ ਰਿਹਾ ਸੀ ਬਟ ਅੱਜ ਸਰਕਾਰ ਨੇ, ਅੱਜ ਗਵਰਨਮੈਂਟ ਨੇ ਕੀ ਕਰਤਾ, ਉਸਨੂੰ ਬੈਨ ਕਰਤਾ, ਤਾਂ ਉਸ ਤੋਂ ਬਾਅਦ ਉਹ ਸੇਲ ਨਹੀਂ ਹੋ ਸਕੂਗਾ, ਠੀਕ ਹੈ। ਤਾਂ ਲੀਗਲੀ ਇੰਪੋਸੀਬਲ ਹੋ ਜਾਂਦਾ ਹੈ। ਨਾਟ ਐਕਸਪ੍ਰੈਸਿਵਲੀ ਡਿਕਲੇਅਰਡ ਵੋਇਡ, ਕੁਛ ਐਗਰੀਮੈਂਟਸ ਨੇ ਜਿਹੜੇ ਐਕਟ ਦੇ ਵਿੱਚ ਆਲਰੇਡੀ ਵੋਇਡ ਦੱਸੇ ਗਏ ਨੇ, ਠੀਕ ਹੈ, ਕਿ ਇਹ ਵੈਲਿਡ ਹੋ ਹੀ ਨਹੀਂ ਸਕਦੇ। ਤਾਂ ਇਹ ਜਿਹੜੀਆਂ ਕੁਛ ਟਾਈਪਸ ਨੇ ਉਹ ਆਪਾਂ ਫਰਦਰ ਡਿਸਕਸ ਕਰਾਂਗੇ। ਉਹ ਕੰਟਰੈਕਟਸ ਜੇ ਆਪਾਂ ਉਸ ਤਰ੍ਹਾਂ ਦਾ ਕੋਈ ਕੰਟਰੈਕਟ ਕਰਦੇ ਹਾਂ ਤਾਂ ਉਹ ਵੈਲਿਡ ਨਹੀਂ ਹੋਊਗਾ। ਤਾਂ ਇਹ ਅੱਜ ਆਪਾਂ ਨੇ ਡਿਸਕਸ ਕੀਤਾ ਆਪਣਾ ਐਗਰੀਮੈਂਟ ਕੀ ਹੁੰਦਾ, ਕੰਟਰੈਕਟ ਕੀ ਹੁੰਦਾ, ਕੰਟਰੈਕਟ ਦੇ ਐਸੈਂਸ਼ੀਅਲ ਐਲੀਮੈਂਟਸ ਕੀ ਨੇ, ਠੀਕ ਹੈ। ਤਾਂ ਇਸ ਤੋਂ ਬਾਅਦ ਆਪਾਂ ਕੱਲ੍ਹ ਕਰਾਂਗੇ ਟਾਈਪਸ ਆਫ ਕੰਟਰੈਕਟਸ। ਥੈਂਕ ਯੂ।